ਲੈਸਨ 2 ਇਹਦਾ ਨਾਂ ਹੈ ਟੂ ਫਰੋਗਸ। ਟੂ ਫਰੋਗਸ ਦਾ ਮੀਨਿੰਗ ਹੈ ਦੋ ਡੱਡੂ ਜਾਂ ਦੋ ਮੇਂਢਕ। ਤਾਂ ਇਸ ਦੇ ਵਿੱਚ ਜੋ ਹੈ ਦੋ ਡੱਡੂਆਂ ਦੀ ਇੱਕ ਕਹਾਣੀ ਹੈ। ਉਹ ਦੋ ਡੱਡੂ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ ਅਤੇ ਕੀ ਮੈਸੇਜ ਸਾਨੂੰ ਦੇ ਰਹੇ ਨੇ, ਅਸੀਂ ਉਸ ਮੈਸੇਜ ਨੂੰ ਸਮਝਣਾ ਹੈ। ਤਾਂ ਸਟਾਰਟ ਕਰਨ ਤੋਂ ਪਹਿਲਾਂ ਨਿਊ ਵਰਡਸ ਨੇ। ਪਹਿਲਾ ਵਰਡ ਹੈ ਇਰੀਟੇਟਿਡ। ਇਰੀਟੇਟਿਡ ਹੁੰਦਾ ਹੈ ਚਿੜਚਿੜਾ ਜਾਂ ਫਿਰ ਗੁੱਸੇ ਦੇ ਵਿੱਚ। ਐਡਵਾਂਸਮੈਂਟ, ਐਡਵਾਂਸਮੈਂਟ ਦਾ ਮੀਨਿੰਗ ਹੁੰਦਾ ਹੈ ਤਰੱਕੀ। ਕੰਸਟਰਕਟਿਡ ਇਹਦਾ ਮੀਨਿੰਗ ਹੁੰਦਾ ਹੈ ਨਿਰਮਾਣ ਕਰਨਾ, ਯਾਨੀ ਕਿ ਕੋਈ ਵੀ ਚੀਜ਼ ਨਵੀਂ ਬਿਲਡਿੰਗ ਜੋ ਹੈ ਬਣਾਉਣਾ, ਤਾਂ ਉਸਨੂੰ ਅਸੀਂ ਕੰਸਟਰਕਸ਼ਨ ਕਹਿ ਸਕਦੇ ਹਾਂ। ਅਗਰ ਨਵੀਂ ਬਿਲਡਿੰਗ ਬਣ ਰਹੀ ਹੈ ਇਟ ਮੀਨਸ ਵੀ ਨਵੀਂ ਬਿਲਡਿੰਗ ਦੀ ਕੰਸਟਰਕਸ਼ਨ ਹੋ ਰਹੀ ਹੈ, ਨਿਰਮਾਣ ਕਰਨਾ। ਓਡਰ, ਇਸ ਨੂੰ ਅਸੀਂ ਦੁਰਗੰਧ ਜਾਂ ਗੰਧ ਕਹਿ ਸਕਦੇ ਹਾਂ, ਕੋਈ ਵੀ ਸਮੈਲ ਹੋ ਗਈ। ਗਰੰਬਲਡ, ਬੁੜ ਬੁੜਾਉਣਾ, ਵੀ ਅਗਰ ਕਿਸੇ ਚੀਜ਼ ਤੋਂ ਅਸੀਂ ਨਾਖੁਸ਼ ਹਾਂ, ਕੰਪਲੇਨ ਕਰਨਾ ਚਾਹੁੰਦੇ ਹਾਂ, ਤਾਂ ਇੱਕ ਤਰ੍ਹਾਂ ਦਾ ਮਨ ਹੀ ਮਨ ਦੇ ਵਿੱਚ ਬੁੜ ਬੁੜਾਉਣਾ। ਤਾਂ ਇਸ ਨੂੰ ਅਸੀਂ ਇੱਕ ਤਰ੍ਹਾਂ ਦਾ ਕੰਪਲੇਨ ਕਰਨ ਦਾ ਇੱਕ ਮੈਥਡ ਕਹਿ ਸਕਦੇ ਹਾਂ। ਵੀ ਸਾਨੂੰ ਕਿਸੇ ਕੰਮ ਤੋਂ ਅਗਰ ਅਸੀਂ ਜੋ ਹੈ ਨਾਖੁਸ਼ ਹਾਂ, ਵੀ ਅਸੀਂ ਖੁਸ਼ ਨਹੀਂ ਹਾਂ, ਤਾਂ ਕੰਪਲੇਨ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਬੁੜ ਬੁੜਾਉਣਾ, ਜਿਸ ਨੂੰ ਕਿ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ ਗਰੰਬਲਡ। ਅਗਲਾ ਹੈ ਡੈਫੀਕੇਟ, ਯਾਨੀ ਕਿ ਸ਼ੌਚ ਕਰਨਾ, ਯਾਨੀ ਕਿ ਮਲ ਤਿਆਗ ਕਰਨਾ। ਨੈਕਸਟ ਹੈ ਇਗਨੋਰੈਂਟ। ਇਗਨੋਰੈਂਟ ਹੁੰਦਾ ਹੈ ਅਣਜਾਣ, ਵੀ ਜਿਸ ਨੂੰ ਜਾਣਕਾਰੀ ਨਾ ਹੋਏ ਕਿਸੇ ਵੀ ਸਬਜੈਕਟ ਬਾਰੇ, ਵੀ ਕੋਈ ਟੌਪਿਕ ਹੈ ਤਾਂ ਉਸਨੂੰ ਜਾਣਕਾਰੀ ਨਹੀਂ ਹੈ। ਇਗਨੋਰੈਂਟ ਯਾਨੀ ਕਿ ਅਣਜਾਣ ਹੈ ਉਹ। ਲਿਟਰ, ਲਿਟਰ ਹੁੰਦਾ ਹੈ ਕੂੜਾ, ਇਸ ਨੂੰ ਆਪਾਂ ਗੰਦ ਵੀ ਕਹਿ ਸਕਦੇ ਹਾਂ। ਤਾਂ ਲਿਟਰ ਦਾ ਮੀਨਿੰਗ ਹੈ ਕੂੜਾ। ਹਾਂਜੀ, ਪ੍ਰੀ ਰੀਡਿੰਗ ਦੇ ਵਿੱਚ ਕੁਝ ਕੁਐਸਚਨਸ ਪੁੱਛੇ ਗਏ ਹੈ। ਤਾਂ ਪ੍ਰੀ ਰੀਡਿੰਗ ਦਾ ਪਹਿਲਾ ਕੁਐਸਚਨ ਹੈ ਵੇਅਰ ਸ਼ੁੱਡ ਯੂ ਥਰੋ ਗਾਰਬੇਜ। ਮੈਂ ਫੌਂਟ ਸਾਈਜ਼ ਥੋੜ੍ਹਾ ਜਿਹਾ ਇਨਕਰੀਜ਼ ਕਰ ਰਿਹਾ ਹਾਂ ਤਾਂ ਕਿ ਤੁਸੀਂ ਆਨਸਰਸ ਨੂੰ ਨੋਟ ਡਾਊਨ ਕਰ ਸਕੋ। ਹਾਂਜੀ, ਪ੍ਰੀ ਰੀਡਿੰਗ ਦਾ ਫਸਟ ਕੁਐਸਚਨ ਹੈ ਵੇਅਰ ਸ਼ੁੱਡ ਯੂ ਥਰੋ ਗਾਰਬੇਜ। ਵੀ ਤੁਹਾਨੂੰ ਜਾਂ ਫਿਰ ਤੁਸੀਂ, ਇਹ ਹੈ ਵੀ ਤੁਹਾਨੂੰ ਗਾਰਬੇਜ ਜੋ ਹੈ ਯਾਨੀ ਕਿ ਕੂੜਾ ਜੋ ਹੈ, ਗਾਰਬੇਜ ਅਸੀਂ ਕਹਿੰਦੇ ਹਾਂ ਕੂੜੇ ਨੂੰ, ਤਾਂ ਤੁਹਾਨੂੰ ਗਾਰਬੇਜ ਨੂੰ ਯਾਨੀ ਕਿ ਕੂੜੇ ਨੂੰ ਕਿੱਥੇ ਥਰੋ ਯਾਨੀ ਕਿ ਫੈਂਕਣਾ ਚਾਹੀਦਾ ਹੈ। ਇਹਦਾ ਆਨਸਰ ਹੈ ਆਈ ਸ਼ੁੱਡ ਥਰੋ ਗਾਰਬੇਜ ਇਨ ਦਾ ਡਸਟਬਿਨ। ਕਿਉਂਕਿ ਇਹ ਕੁਐਸਚਨ ਸਾਡੇ ਕੋਲ ਪੁੱਛਿਆ ਗਿਆ ਹੈ ਤਾਂ ਅਸੀਂ ਇਸ ਨੂੰ ਆਨਸਰ ਕਰਾਂਗੇ ਆਈ ਸ਼ੁੱਡ। ਠੀਕ ਹੈ, ਇੱਥੇ ਵੀ ਲਿਖ ਸਕਦੇ ਹਾਂ ਆਈ ਦੀ ਜਗ੍ਹਾ 'ਤੇ, ਪਰ ਮੈਂ ਜੋ ਹੈ ਕਿਉਂਕਿ ਇਹ ਯੂ ਕਰਕੇ ਪੁੱਛਿਆ ਗਿਆ ਹੈ ਕੁਐਸਚਨ ਵੇਅਰ ਸ਼ੁੱਡ ਯੂ ਥਰੋ ਗਾਰਬੇਜ, ਤਾਂ ਆਨਸਰ ਹੋਏਗਾ ਆਈ ਸ਼ੁੱਡ ਥਰੋ ਗਾਰਬੇਜ ਇਨ ਦਾ ਡਸਟਬਿਨ। ਵੀ ਸਾਨੂੰ ਕੂੜੇ ਨੂੰ ਜੋ ਹੈ ਜਾਂ ਫਿਰ ਮੈਨੂੰ ਜੋ ਹੈ ਕੂੜੇ ਨੂੰ ਜੋ ਹੈ ਡਸਟਬਿਨ ਦੇ ਵਿੱਚ ਫੈਂਕਣਾ ਚਾਹੀਦਾ ਹੈ। ਉਹਨਾਂ ਦਾ ਕੁਐਸਚਨ ਸੀ ਵੀ ਤੁਹਾਨੂੰ ਜੋ ਕੂੜਾ ਹੈ ਉਸ ਨੂੰ ਕਿੱਥੇ ਫੈਂਕਣਾ ਚਾਹੀਦਾ ਹੈ, ਤਾਂ ਆਨਸਰ ਹੈ ਆਈ ਸ਼ੁੱਡ ਥਰੋ ਗਾਰਬੇਜ ਇਨ ਦਾ ਡਸਟਬਿਨ। ਵੀ ਜੋ ਕੂੜਾ ਹੈ ਉਸ ਨੂੰ ਮੈਨੂੰ ਜੋ ਹੈ ਡਸਟਬਿਨ ਦੇ ਵਿੱਚ ਫੈਂਕਣਾ ਚਾਹੀਦਾ ਹੈ। ਨੈਕਸਟ ਹੈ ਡੂ ਯੂ ਯੂਜ਼ ਟੋਇਲੇਟਸ। ਵੀ ਕੀ ਤੁਸੀਂ ਟੋਇਲੇਟਸ ਦਾ ਯੂਜ਼ ਕਰਦੇ ਹੋ। ਆਨਸਰ ਹੈ ਯੈਸ ਆਈ ਯੂਜ਼ ਟੋਇਲੇਟ। ਵੀ ਹਾਂ, ਮੈਂ ਟੋਇਲੇਟ ਦਾ ਯੂਜ਼ ਕਰਦਾ ਹਾਂ। ਨੈਕਸਟ ਹੈ ਹੈਵ ਯੂ ਹਰਡ ਐਨੀਥਿੰਗ ਅਬਾਊਟ ਓਪਨ ਡੈਫੀਕੇਸ਼ਨ। ਹੁਣ ਓਪਨ ਡੈਫੀਕੇਸ਼ਨ ਕੀ ਹੁੰਦਾ ਹੈ। ਓਪਨ ਡੈਫੀਕੇਸ਼ਨ ਤੋਂ ਭਾਵ ਹੈ ਵੀ ਖੁੱਲ੍ਹੇ ਦੇ ਵਿੱਚ ਜਾ ਕੇ ਜੋ ਹੈ ਸ਼ੌਚ ਕਰਨਾ, ਯਾਨੀ ਕਿ ਮਲ ਤਿਆਗ ਕਰਨਾ। ਖੁੱਲ੍ਹੇ ਦੇ ਵਿੱਚ ਜਾ ਕੇ ਜੋ ਹੈ ਸ਼ੌਚ ਕਰਨਾ, ਯਾਨੀ ਕਿ ਖੇਤਾਂ ਦੇ ਵਿੱਚ ਜਾ ਕੇ ਜੋ ਹੈ ਸ਼ੌਚ ਕਰਨਾ, ਮਲ ਤਿਆਗ ਕਰਨਾ। ਹੈਵ ਯੂ ਹਰਡ, ਹੈਵ ਯੂ ਹਰਡ ਦਾ ਮੀਨਿੰਗ ਹੁੰਦਾ ਹੈ ਵੀ ਕੀ ਤੁਸੀਂ ਸੁਣਿਆ ਹੈ। ਐਨੀਥਿੰਗ ਯਾਨੀ ਕਿ ਕੁਛ ਵੀ। ਅਬਾਊਟ, ਅਬਾਊਟ ਯਾਨੀ ਕਿ ਕਿਸ ਦੇ ਬਾਰੇ। ਓਪਨ ਡੈਫੀਕੇਸ਼ਨ ਵੀ ਖੁੱਲ੍ਹੇ ਦੇ ਵਿੱਚ ਸ਼ੌਚ ਕਰਨ ਦੇ ਬਾਰੇ, ਮਲ ਤਿਆਗ ਕਰਨ ਦੇ ਬਾਰੇ, ਜਾਂ ਖੇਤਾਂ ਦੇ ਵਿੱਚ ਜਾ ਕੇ ਮਲ ਤਿਆਗ ਕਰਨ ਦੇ ਬਾਰੇ ਕੀ ਤੁਸੀਂ ਕੁਝ ਪਹਿਲਾਂ ਸੁਣਿਆ ਹੈ। ਤਾਂ ਅਸੀਂ ਆਨਸਰ ਕਰਾਂਗੇ ਯੈਸ ਬਟ ਨਾਓ ਦਿਸ ਪ੍ਰੈਕਟਿਸ ਇਜ਼ ਵੈਰੀ ਲੈਸ। ਵੀ ਹਾਂ, ਅਸੀਂ ਯਾਨੀ ਕਿ ਸੁਣਿਆ ਤਾਂ ਹੈ ਇਸ ਦੇ ਬਾਰੇ, ਪਰ ਅੱਜ ਕੱਲ੍ਹ ਇਹ ਜੋ ਚੀਜ਼ ਹੈ ਇਹ ਬਹੁਤ ਹੀ ਘੱਟ ਹੈ, ਕਿਉਂਕਿ ਅੱਜ ਕੱਲ੍ਹ ਲੋਕਾਂ ਦੇ ਘਰਾਂ ਦੇ ਵਿੱਚ ਜੋ ਹੈ ਉਹ ਟੋਇਲੇਟਸ ਆ ਚੁੱਕੇ ਨੇ।
ਪਹਿਲਾਂ ਅਵੇਲੇਬਲ ਨਹੀਂ ਸੀ, ਵਾਟਰ ਜੋ ਹੈ ਸਪਲਾਈ ਵੀ ਜੋ ਹੈ ਇੰਨੀ ਚੰਗੀ ਨਹੀਂ ਸੀ, ਤਾਂ ਪਹਿਲਾਂ ਦਿੱਕਤ ਆਉਂਦੀ ਸੀ, ਬਟ ਹੁਣ ਅੱਜ ਕੱਲ੍ਹ ਜੋ ਹੈ ਇਹ ਪ੍ਰੋਬਲਮ ਕਾਫੀ ਘਟਦੀ ਜਾ ਰਹੀ ਹੈ। ਯੈਸ, ਵੀ ਹਾਂ ਅਸੀਂ ਸੁਣਿਆ ਹੈ, ਬਟ ਨਾਓ ਦਿਸ ਪ੍ਰੈਕਟਿਸ ਇਜ਼ ਵੈਰੀ ਲੈਸ, ਵੀ ਇਹ ਜੋ ਕੰਮ ਹੈ ਅੱਜ ਕੱਲ੍ਹ ਇਹ ਜੋ ਹੈ ਕਾਫੀ ਘਟ ਚੁੱਕਿਆ ਹੈ। ਇਹ ਨੀਚੇ ਤੁਸੀਂ ਵੇਖ ਸਕਦੇ ਹੋ, ਇੱਥੇ ਤੁਹਾਨੂੰ ਦੋ ਡੱਡੂ ਨਜ਼ਰ ਆ ਰਹੇ ਹੋਣਗੇ। ਇਹਨਾਂ 'ਚੋਂ ਇੱਕ ਡੱਡੂ ਦਾ ਨਾਂ ਹੈ ਫਰੋਗ ਪਾਲਾ, ਯਾਨੀ ਕਿ ਡੱਡੂ ਪਾਲਾ, ਤੇ ਦੂਜੇ ਡੱਡੂ ਦਾ ਨਾਂ ਹੈ ਉਹ ਹੈ ਫਰੋਗ ਬੀਰੋ। ਤੇ ਜਿਹੜਾ ਪਾਲਾ ਤੇ ਬੀਰੋ ਨੇ ਇਹ ਹਸਬੈਂਡ ਵਾਈਫ ਨੇ, ਤੇ ਇਹਨਾਂ ਦੇ ਵਿਚਕਾਰ ਇੱਕ ਗੱਲਬਾਤ ਹੋਏਗੀ। ਅਸੀਂ ਜੋ ਹੈ ਉਸ ਗੱਲਬਾਤ ਦਾ ਜੋ ਮੈਸੇਜ ਹੈ, ਉਸ ਮੈਸੇਜ ਨੂੰ ਅਸੀਂ ਸਮਝਣਾ ਹੈ ਵੀ ਇਹ ਜੋ ਬੀਰੋ ਹੈ, ਠੀਕ ਹੈ, ਯਾਨੀ ਕਿ ਜੋ ਡੱਡੂ ਬੀਰੋ ਹੈ, ਜੋ ਵਾਈਫ ਹੈ ਪਾਲਾ ਦੀ, ਉਹ ਇੱਕ ਮੈਸੇਜ ਜੋ ਹੈ ਸਾਨੂੰ ਦੇਗੀ, ਇੱਕ ਸਮਝਾਏਗੀ। ਸਾਨੂੰ ਉਸ ਮੈਸੇਜ ਨੂੰ ਜੋ ਹੈ ਸਮਝਣਾ ਹੈ। ਹਾਂਜੀ, ਸਟਾਰਟ ਕਰਦੇ ਹਾਂ। ਫਰੋਗ ਪਾਲਾ ਐਂਡ ਹਿਜ਼ ਵਾਈਫ ਬੀਰੋ ਲਿਵਡ ਨੀਅਰ ਦਾ ਪੌਂਡ ਇਨ ਏ ਵਿਲੇਜ। ਵੀ ਡੱਡੂ ਪਾਲਾ ਤੇ ਉਸਦੀ ਘਰਵਾਲੀ ਬੀਰੋ, ਉਹ ਜੋ ਹੈ ਇੱਕ ਤਲਾਬ ਦੇ ਕਿਨਾਰੇ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ, ਠੀਕ ਹੈ। ਲਿਵਡ ਨੀਅਰ ਦਾ ਪੌਂਡ ਯਾਨੀ ਕਿ ਤਲਾਬ ਦੇ ਕਿਨਾਰੇ, ਪੌਂਡ ਦਾ ਮੀਨਿੰਗ ਹੁੰਦਾ ਹੈ ਤਲਾਬ, ਤੇ ਵਿਲੇਜ ਦਾ ਮੀਨਿੰਗ ਹੁੰਦਾ ਹੈ ਪਿੰਡ, ਯਾਨੀ ਕਿ ਗਾਂਵ ਹੋ ਗਿਆ, ਠੀਕ ਹੈ। ਤਾਂ ਪਿੰਡ ਦੇ ਵਿੱਚ ਇੱਕ ਤਲਾਬ ਸੀ, ਉਹਦੇ ਨੇੜੇ ਜੋ ਹੈ ਇਹ ਡੱਡੂ ਪਾਲਾ ਤੇ ਉਸਦੀ ਘਰਵਾਲੀ ਬੀਰੋ, ਯਾਨੀ ਕਿ ਜੋ ਡੱਡੂ ਹੈ ਬੀਰੋ, ਇਹ ਦੋਵੇਂ ਜੋ ਹੈ ਰਹਿੰਦੇ ਹਨ ਇੱਕ ਤਲਾਬ ਦੇ ਨੇੜੇ ਇੱਕ ਪਿੰਡ ਦੇ ਵਿੱਚ। ਏ ਫਿਊ ਈਅਰਸ ਬੈਕ, ਅੱਜ ਤੋਂ ਕੁਝ ਸਾਲ ਪਹਿਲਾਂ, ਦੇਅਰ ਵਰ ਮੈਨੀ ਟਰੀਜ਼ ਅਰਾਊਂਡ ਦਾ ਪੌਂਡ, ਵੀ ਤਲਾਬ ਦੇ ਕਿਨਾਰੇ ਕਈ ਸਾਰੇ ਦਰਖਤ ਸਨ ਕਈ ਸਾਲ ਪਹਿਲਾਂ, ਠੀਕ ਹੈ। ਕਈ ਸਾਲ ਪਹਿਲਾਂ ਤਲਾਬ ਦੇ ਕਿਨਾਰੇ ਜੋ ਹੈ ਬਹੁਤ ਸਾਰੇ ਦਰਖਤ ਸਨ, ਯਾਨੀ ਕਿ ਪੇੜ ਸਨ। ਇਟ ਵਾਜ਼ ਏ ਕੂਲ ਐਂਡ ਕਾਮ ਪਲੇਸ ਟੂ ਲਿਵ ਇਨ, ਇਹ ਜੋ ਥਾਂ ਹੈ ਇਹ ਕਾਫੀ ਠੰਡੀ ਅਤੇ, ਦੇਖੋ ਕੂਲ ਦਾ ਮੀਨਿੰਗ ਹੁੰਦਾ ਹੈ ਠੰਡਾ, ਤੇ ਕਾਮ ਦਾ ਮੀਨਿੰਗ ਹੁੰਦਾ ਹੈ ਸ਼ਾਂਤ। ਸ਼ਾਂਤ ਮੀਨਸ ਵੀ ਉੱਥੇ ਕੋਈ ਜੋ ਹੈ ਜ਼ਿਆਦਾ ਚਹਿਲ ਪਹਿਲ ਨਹੀਂ ਸੀ। ਇਟ ਵਾਜ਼ ਏ ਕੂਲ ਐਂਡ ਕਾਮ ਪਲੇਸ ਟੂ ਲਿਵ ਇਨ, ਵੀ ਇਹ ਜੋ ਹੈ ਕਾਫੀ ਠੰਡੀ ਅਤੇ ਸ਼ਾਂਤ ਜਗ੍ਹਾ ਸੀ ਰਹਿਣ ਵਾਸਤੇ। ਬਟ ਨਾਓ ਦੇਅਰ ਵਰ ਮੈਨੀ ਟਾਲ ਬਿਲਡਿੰਗਸ ਵਿਦ ਗ੍ਰੇਟ ਹਸਲ ਐਂਡ ਬਸਲ ਅਰਾਊਂਡ ਦਾ ਪੌਂਡ, ਪਰ ਹੁਣ ਜੋ ਹੈ ਇਸ ਤਲਾਅ ਦੇ ਆਸ-ਪਾਸ ਕਾਫੀ ਜੋ ਹੈ ਉੱਚੀਆਂ ਉੱਚੀਆਂ ਇਮਾਰਤਾਂ ਸਨ। ਤੇ ਦੇਖੋ ਟਾਲ ਬਿਲਡਿੰਗਸ ਦਾ ਮੀਨਿੰਗ ਹੁੰਦਾ ਹੈ ਉੱਚੀਆਂ ਇਮਾਰਤਾਂ, ਵਿਦ ਗ੍ਰੇਟ ਹਸਲ ਐਂਡ ਬਸਲ। ਹਸਲ ਐਂਡ ਬਸਲ ਦਾ ਮੀਨਿੰਗ ਹੁੰਦਾ ਹੈ ਚਹਿਲ ਪਹਿਲ, ਤੇ ਇੱਕ ਭੀੜ ਭਾੜ ਵਾਲਾ ਇਲਾਕਾ ਵੀ ਕਹਿ ਸਕਦੇ ਹਾਂ। ਹਸਲ ਐਂਡ ਬਸਲ ਦਾ ਵੈਸੇ ਮੀਨਿੰਗ ਹੁੰਦਾ ਹੈ ਚਹਿਲ ਪਹਿਲ, ਤੇ ਇਸ ਨੂੰ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਵੀ ਇਸ ਇਲਾਕੇ ਦੇ ਵਿੱਚ ਹਸਲ ਐਂਡ ਬਸਲ ਹੈ, ਮੀਨਸ ਕਿ ਇਸ ਇਲਾਕੇ ਦੇ ਵਿੱਚ ਭੀੜ ਭਾੜ ਹੈ। ਬਟ ਨਾਓ ਦੇਅਰ ਵਰ ਮੈਨੀ ਟਾਲ ਬਿਲਡਿੰਗਸ ਵਿਦ ਗ੍ਰੇਟ ਹਸਲ ਐਂਡ ਬਸਲ ਅਰਾਊਂਡ ਦਾ ਪੌਂਡ, ਪਰ ਹੁਣ ਕਾਫੀ ਜੋ ਹੈ ਉੱਚੀਆਂ ਉੱਚੀਆਂ ਇਮਾਰਤਾਂ ਸਨ, ਤੇ ਕਾਫੀ ਜੋ ਹੈ ਭੀੜ ਭਾੜ ਜੋ ਹੈ ਹੋ ਚੁੱਕੀ ਹੈ ਇਸ ਤਾਲਾਬ ਦੇ ਅਰਾਊਂਡ, ਯਾਨੀ ਕਿ ਚਾਰੋਂ ਤਰਫ। ਇਟ ਵਾਸ no longer cool and calm, it was no longer cool and calm, ਵੀ ਹੁਣ ਇਹ ਜਗ੍ਹਾ ਜਾਂ ਹੁਣ ਇਹ ਥਾਂ ਜੋ ਹੈ ਠੰਡੀ ਤੇ ਸ਼ਾਂਤ ਨਹੀਂ ਰਹੀ ਹੈ। no longer ਹੁੰਦਾ ਹੈ ਵੀ ਨਹੀਂ ਰਹਿਣਾ, ਠੀਕ ਹੈ। ਹੁਣ ਇਹ ਥਾਂ ਠੰਡੀ ਅਤੇ ਸ਼ਾਂਤ ਨਹੀਂ ਰਹੀ ਹੈ। ਨੈਕਸਟ ਹੈ Pala was happy with the fast moving life around the pond, but Biro was irritated with the litter near the pond. ਜੋ ਡੱਡੂ ਪਾਲਾ ਹੈ ਉਹ ਤਾਂ ਬਹੁਤ ਖੁਸ਼ ਹੈ ਇਸ ਤੇਜ਼ ਰਫ਼ਤਾਰ ਜ਼ਿੰਦਗੀ ਤੋਂ ਜੋ ਕਿ ਤਾਲਾਬ ਦੇ ਚਾਰੋਂ ਤਰਫ ਜੋ ਹੈ ਹੋ ਰਹੀ ਹੈ, ਠੀਕ ਹੈ, ਚੱਲ ਰਹੀ ਹੈ। ਬਟ ਉਸਦੀ ਜੋ ਵਾਈਫ ਹੈ ਡੱਡੂ ਬੀਰੋ, ਉਹ ਜੋ ਹੈ ਕਾफ़ी चिड़चिड़ी है। इरिटेटेड मीन्स कि चिड़चिड़ी है,
विद द लिटर, लिटर मीन्स गंदगी या कूड़ा, ਨੀਅਰ ਦਾ ਪੌਂਡ। ਤਾਂ ਡੱਡੂ ਪਾਲਾ ਤਾਂ ਕਾਫੀ ਖੁਸ਼ ਹੈ ਉਸ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਨੂੰ ਵੇਖ ਕੇ ਤਾਲਾਬ ਦੇ ਚਾਰੋਂ ਤਰਫ। ਪਰ ਜੋ ਉਸ ਦੀ ਵਾਈਫ ਹੈ ਬੀਰੋ, ਉਹ ਕਾਫੀ ਚਿੜਚਿੜੀ ਹੋ ਗਈ ਹੈ ਜਾਂ ਉਸ ਨੂੰ ਕਾਫੀ ਗੁੱਸਾ ਆਉਂਦਾ ਹੈ ਜੋ ਤਾਲਾਬ ਦੇ ਕਿਨਾਰੇ ਜਾਂ ਤਾਲਾਬ ਦੇ ਆਸ-ਪਾਸ ਜੋ ਕੂੜਾ ਹੈ, ਗੰਦਗੀ ਹੈ, ਉਸ ਨੂੰ ਵੇਖ ਕੇ ਜੋ ਡੱਡੂ ਬੀਰੋ ਹੈ ਯਾਨੀ ਕਿ ਜੋ ਪਾਲਾ ਦੀ ਵਾਈਫ ਹੈ ਉਸ ਨੂੰ ਕਾਫੀ ਗੁੱਸਾ ਆਉਂਦਾ ਹੈ ਤੇ ਉਹ ਚਿੜਚਿੜੀ ਰਹਿੰਦੀ ਹੈ। ਨੈਕਸਟ ਹੈ ਪਾਲਾ ਸੈਡ ਡੀਅਰ ਲੁੱਕ ਐਟ ਦ ਬਿਲਡਿੰਗਸ ਹਾਊ ਟਾਲ ਦੇ ਆਰ। ਤੇ ਜੋ ਡੱਡੂ ਪਾਲਾ ਹੈ ਉਹ ਕਹਿੰਦਾ ਹੈ ਬੀਰੋ ਨੂੰ ਵੀ ਮੇਰੀ ਪਿਆਰੀ ਆਪਣੇ ਇਹ ਜੋ ਬਿਲਡਿੰਗਸ ਨੇ, ਠੀਕ ਹੈ, ਵੀ ਇਹਨਾਂ ਇਮਾਰਤਾਂ ਨੂੰ ਜੋ ਹੈ ਵੇਖੋ, ਹਾਊ ਟਾਲ ਦੇ ਆਰ, ਵੀ ਇਹ ਕਿੰਨੀਆਂ ਹੀ ਜੋ ਹੈ ਉੱਚੀਆਂ ਨੇ, ਠੀਕ ਹੈ, ਇਹਨਾਂ ਦੀ ਹਾਈਟ ਜੋ ਹੈ ਕਿੰਨੀ ਹੀ ਉੱਚੀ ਹੈ। ਆਵਰ ਵਿਲੇਜ ਇਜ਼ ਨਾਓ ਔਨ ਦਾ ਵੇ ਟੂ ਐਡਵਾਂਸਮੈਂਟ, ਵੀ ਸਾਡਾ ਜੋ ਪਿੰਡ ਹੈ ਉਹ ਹੁਣ ਤਰੱਕੀ ਵੱਲ ਨੂੰ ਵੱਧ ਰਿਹਾ ਹੈ, ਤਰੱਕੀ ਦੀ ਰਾਹ 'ਤੇ ਚੱਲ ਰਿਹਾ ਹੈ ਤੇ ਤਰੱਕੀ ਵੱਲ ਨੂੰ ਵੱਧ ਰਿਹਾ ਹੈ ਸਾਡਾ ਪਿੰਡ। ਹਾਂਜੀ, ਬੀਰੋ ਗ੍ਰੰਬਲਡ, ਯਾਨੀ ਕਿ ਬੀਰੋ ਜੋ ਹੈ ਬੁੜਬੁੜਾਉਂਦੀ ਹੈ। ਇਹ ਪਹਿਲਾਂ ਅਸੀਂ ਵਰਡ ਡਿਸਕਸ ਕੀਤਾ ਸੀ ਵੀ ਜੋ ਗ੍ਰੰਬਲਡ ਹੈ ਉਸ ਦਾ ਮੀਨਿੰਗ ਕੀ ਹੈ, ਬੁੜਬੁੜਾਉਣਾ, ਇੱਕ ਤਰ੍ਹਾਂ ਦਾ ਕੰਪਲੇਨ ਕਰਨਾ, ਠੀਕ ਹੈ, ਵੀ ਉਸ ਚੀਜ਼ ਤੋਂ ਖੁਸ਼ ਨਾ ਹੋਣਾ। ਬੀਰੋ ਗ੍ਰੰਬਲਡ ਐਡਵਾਂਸਮੈਂਟ ਡੋਂਟ ਯੂ ਰਿਅਲਾਈਜ਼ ਦੈਟ ਆਵਰ ਹੈਲਥ ਇਜ਼ ਐਟ ਸਟੇਕ। ਤਾਂ ਬੀਰੋ ਜੋ ਹੈ ਉਹ ਬੁੜਬੁੜਾ ਕੇ ਕਹਿੰਦੀ ਹੈ ਵੀ ਐਡਵਾਂਸਮੈਂਟ ਯਾਨੀ ਕਿ ਤਰੱਕੀ, ਕਿਹੜੀ ਤਰੱਕੀ, ਡੋਂਟ ਯੂ ਰਿਅਲਾਈਜ਼ ਦੈਟ ਆਵਰ ਹੈਲਥ ਇਜ਼ ਐਟ ਸਟੇਕ, ਵੀ ਤੈਨੂੰ ਨਜ਼ਰ ਨਹੀਂ ਆ ਰਿਹਾ ਜਾਂ ਤੈਨੂੰ ਜੋ ਹੈ ਅਹਿਸਾਸ ਨਹੀਂ ਹੋ ਰਿਹਾ। ਬੀਰੋ ਜੋ ਹੈ ਕਿਸ ਨੂੰ ਕਹਿ ਰਹੀ ਹੈ, ਡੱਡੂ ਪਾਲਾ ਨੂੰ, ਵੀ ਤੈਨੂੰ ਜੋ ਹੈ ਇਹ ਨਜ਼ਰ ਨਹੀਂ ਆ ਰਿਹਾ ਵੀ ਸਾਡੀ ਜੋ ਸਿਹਤ ਹੈ ਉਹ ਜੋ ਹੈ ਦਾਅ 'ਤੇ ਲੱਗੀ ਪਈ ਹੈ। ਹੈਲਥ ਹੁੰਦਾ ਹੈ ਸਿਹਤ ਤੇ ਐਟ ਸਟੇਕ ਦਾ ਮੀਨਿੰਗ ਹੁੰਦਾ ਹੈ ਵੀ ਕਿਸੇ ਚੀਜ਼ ਦਾ ਦਾਅ 'ਤੇ ਲੱਗਣਾ, ਠੀਕ ਹੈ। ਤੇ ਇੱਥੇ ਕਿਹੜੀ ਚੀਜ਼ ਦੀ ਗੱਲ ਹੋ ਰਹੀ ਹੈ ਦਾਅ 'ਤੇ ਲੱਗਣ ਦੀ, ਸਿਹਤ ਦੀ। ਵਟ ਆਰ ਯੂ ਸੇਇੰਗ, ਵਟ ਆਰ ਯੂ ਸੇਇੰਗ ਆਸਕਡ ਪਾਲਾ। ਤਾਂ ਫਿਰ ਜੋ ਡੱਡੂ ਪਾਲਾ ਹੈ ਉਹ ਪੁੱਛਦਾ ਹੈ ਬੀਰੋ ਨੂੰ ਵੀ ਤੂੰ ਕੀ ਕਹਿਣਾ ਚਾਹਨੀ ਹੈ ਜਾਂ ਫਿਰ ਤੂੰ ਕੀ ਕਹਿ ਰਹੀ ਹੈ। ਯੂ ਨੀਡ ਟੂ ਲੁੱਕ ਅਰਾਊਂਡ ਯੂ ਸੈਡ ਬੀਰੋ। ਤਾਂ ਫਿਰ ਜੋ ਬੀਰੋ ਹੈ ਉਹ ਜਵਾਬ ਦਿੰਦੀ ਹੈ ਵੀ ਤੈਨੂੰ ਯਾਨੀ ਕਿ ਡੱਡੂ ਪਾਲਾ ਨੂੰ, ਵੀ ਡੱਡੂ ਪਾਲਾ ਤੈਨੂੰ ਜੋ ਹੈ ਆਪਣੇ ਚਾਰੋਂ ਤਰਫ ਜੋ ਹੈ ਨਜ਼ਰ ਮਾਰ ਕੇ ਵੇਖਣ ਦੀ ਜੋ ਹੈ ਉਹ ਜੋ ਹੈ ਜ਼ਰੂਰਤ ਹੈ, ਵੀ ਆਪਣੇ ਆਸ-ਪਾਸ ਦੇਖ। ਪੀਪਲ ਹੈਵ ਬਿਊਟੀਫੁਲ ਹੋਮਸ ਵਿਦ ਆਲ ਕਾਈਂਡਸ ਆਫ ਫੈਸਿਲਿਟੀਜ਼ ਬਟ ਦੇ ਆਰ ਨੋਟ ਯੂਜ਼ਿੰਗ ਦੈਮ ਪ੍ਰੋਪਰਲੀ। ਵੀ ਲੋਕਾਂ ਕੋਲ ਉਹਨਾਂ ਦੇ ਸੋਹਣੇ ਸੋਹਣੇ ਘਰ ਤਾਂ ਹੈਗੇ ਨੇ ਤੇ ਉਹਨਾਂ ਦੇ ਵਿੱਚ ਸਾਰੀ ਫੈਸਿਲਿਟੀਜ਼ ਵੀ, ਸਾਰੀ ਜੋ ਹੈ ਸੁਵਿਧਾਵਾਂ ਵੀ ਨੇ, ਪਰ ਉਹ ਜੋ ਹੈ ਉਹਨਾਂ ਦਾ ਜੋ ਯੂਜ਼ ਹੈ ਉਹ ਜੋ ਹੈ ਸਹੀ ਤਰੀਕੇ ਦੇ ਨਾਲ, ਪ੍ਰੋਪਰਲੀ ਹੁੰਦਾ ਹੈ ਸਹੀ ਤਰੀਕੇ ਦੇ ਨਾਲ। ਜੋ ਉਹਨਾਂ ਦੇ ਘਰ ਨੇ ਜਿਨ੍ਹਾਂ ਦੇ ਵਿੱਚ ਸਾਰੀ ਫੈਸਿਲਿਟੀਜ਼ ਨੇ, ਸਾਰੀ ਸੁਵਿਧਾਵਾਂ ਨੇ, ਤੇ ਜੋ ਲੋਕੀ ਨੇ ਉਹਨਾਂ ਦਾ ਯੂਜ਼ ਜੋ ਹੈ ਉਹ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਨੇ। ਵਟ ਡੂ ਯੂ ਵਾਂਟ ਟੂ ਸੇ ਆਸਕਡ ਪਾਲਾ। ਤਾਂ ਫਿਰ ਜੋ ਡੱਡੂ ਪਾਲਾ ਹੈ ਉਹ ਇਹ ਪੁੱਛਦਾ ਹੈ ਵੀ ਤੂੰ ਕੀ ਕਹਿਣਾ ਚਾਹੁੰਦੀ ਹੈ। ਬੀਰੋ ਰਿਸਪੋਂਡਡ, ਤਾਂ ਬੀਰੋ ਜੋ ਹੈ ਉਹ ਰਿਸਪੌਂਸ ਕਰਦੀ ਹੈ ਯਾਨੀ ਕਿ ਜਵਾਬ ਦਿੰਦੀ ਹੈ, ਦੇ ਆਰ ਨੋਟ ਯੂਜ਼ਿੰਗ ਦੇਅਰ ਟੋਇਲੇਟਸ। ਵੀ ਜੋ ਲੋਕੀ ਨੇ ਉਹ ਜੋ ਹੈ ਆਪਣੇ ਟੋਇਲੇਟਸ ਦਾ ਯੂਜ਼ ਨਹੀਂ ਕਰ ਰਹੇ। ਵਾਟ ਐਕਸਕਲੇਮਡ ਪਾਲਾ। ਜੋ ਡੱਡੂ ਪਾਲਾ ਹੈ ਉਹ ਹੈਰਾਨੀ ਨਾਲ ਜੋ ਹੈ ਕਹਿੰਦਾ ਹੈ ਕਿ ਇਹ ਜੋ ਕੀ ਹੈ ਇਹ ਡੱਡੂ ਪਾਲਾ ਨੇ ਹੈਰਾਨੀ ਦੇ ਨਾਲ ਕਿਹਾ ਹੈ। ਬੀਰੋ ਕੰਟੀਨਿਊਡ, ਤਾਂ ਬੀਰੋ ਜੋ ਹੈ ਅੱਗੇ ਕਹਿੰਦੀ ਹੈ, ਦੇ ਡੈਫੀਕੇਟ ਇਨ ਦਾ ਓਪਨ ਨੀਅਰ ਮਾਈ ਹੋਮ। ਤਾਂ ਇੱਥੇ ਜੋ ਦੇ ਯੂਜ਼ ਹੋਇਆ ਹੈ ਇਹ ਪੀਪਲਸ ਵਾਸਤੇ ਯਾਨੀ ਕਿ ਜੋ ਪਿੰਡ ਦੇ ਜੋ ਲੋਕ ਨੇ ਉਹਨਾਂ ਵਾਸਤੇ ਯੂਜ਼ ਹੋਇਆ ਹੈ। ਵੀ ਜੋ ਵਿਲੇਜ ਦੇ ਯਾਨੀ ਕਿ ਪਿੰਡ ਦੇ ਜੋ ਲੋਕ ਨੇ ਉਹ ਜੋ ਹੈ ਡੈਫੀਕੇਟ ਕਰਦੇ ਨੇ ਇਨ ਦਾ ਓਪਨ, ਵੀ ਪਿੰਡ ਦੇ ਲੋਕ ਜੋ ਹੈ ਖੁੱਲ੍ਹੇ ਦੇ ਵਿੱਚ ਹੀ ਜੋ ਹੈ ਉਹ ਸ਼ੌਚ ਕਰਦੇ ਨੇ, ਮਲ ਤਿਆਗ ਕਰਦੇ ਨੇ ਖੁੱਲ੍ਹੇ ਦੇ ਵਿੱਚ। ਓਪਨ ਕਿਹਾ ਹੈ ਉਹਨਾਂ ਨੇ, ਠੀਕ ਹੈ। ਨੀਅਰ ਮਾਈ ਹੋਮ, ਵੀ ਮੇਰਾ ਘਰ ਯਾਨੀ ਕਿ ਜੋ ਉਹਨਾਂ ਦਾ ਘਰ ਕਿੱਥੇ ਹੈ, ਤਾਲਾਬ ਦੇ ਕਿਨਾਰੇ। ਤਾਂ ਤਾਲਾਬ ਦੇ ਆਸ-ਪਾਸ ਆ ਕੇ ਜੋ ਹੈ ਲੋਕੀ ਪਿੰਡ ਦੇ ਉਹ ਜੋ ਹੈ ਮਲ ਤਿਆਗ ਕਰਦੇ ਨੇ, ਸ਼ੌਚ ਕਰਦੇ ਨੇ ਖੁੱਲ੍ਹੇ ਦੇ ਵਿੱਚ।
ਨੀਅਰ ਮਾਈ ਹੋਮ ਤੋਂ ਮਤਲਬ ਕੀ ਹੈ ਵੀ ਬੀਰੋ ਜੋ ਹੈ ਆਪਣਾ ਆਪਣੇ ਘਰ ਦੇ ਆਸ-ਪਾਸ ਦੱਸ ਰਹੀ ਹੈ, ਯਾਨੀ ਕਿ ਉਸ ਤਾਲਾਬ ਦੇ ਆਸ-ਪਾਸ। ਦਿਸ ਪਲੇਸ ਸਟਿੰਕਸ, ਸਟਿੰਕਸ ਹੁੰਦਾ ਹੈ ਇੱਕ ਤਰ੍ਹਾਂ ਦਾ ਕਾਫੀ ਬਦਬੂ ਆਣਾ, ਠੀਕ ਹੈ ਵੀ ਕਾਫੀ ਸਮੈਲ ਆਉਂਦੀ ਹੈ ਉਸ ਜਗ੍ਹਾ ਤੋਂ, ਕਾਫੀ ਦੁਰਗੰਧ ਆਉਂਦੀ ਹੈ, ਬਦਬੂ ਆਉਂਦੀ ਹੈ, ਤਾਂ ਇਸ ਥਾਂ ਤੋਂ ਕਾਫੀ ਜੋ ਹੈ ਬਦਬੂ ਆਉਂਦੀ ਹੈ। ਦਿਸ ਪਲੇਸ ਮੀਨਸ ਹੋ ਗਿਆ ਇਸ ਥਾਂ, ਤੇ ਸਟਿੰਕਸ ਹੁੰਦਾ ਹੈ ਬਦਬੂ ਆਣਾ। ਆਈ ਐਮ ਫੈਡ ਅਪ ਆਫ ਦਿਸ ਅਨਪਲੇਜ਼ੈਂਟ ਓਡਰ। ਫੈਡ ਅਪ ਆਫ ਦਾ ਮੀਨਿੰਗ ਹੁੰਦਾ ਹੈ ਇੱਕ ਤਰ੍ਹਾਂ ਦਾ ਕਿਸੇ ਚੀਜ਼ ਤੋਂ ਤੰਗ ਆ ਜਾਣਾ। ਫੈਡ ਅਪ ਆਫ ਦਾ ਮੀਨਿੰਗ ਹੁੰਦਾ ਹੈ ਤੰਗ ਆ ਜਾਣਾ, ਤੇ ਅਨਪਲੇਜ਼ੈਂਟ ਓਡਰ ਦਾ ਮੀਨਿੰਗ ਹੁੰਦਾ ਹੈ ਵੀ ਇੱਕ ਬਹੁਤ ਹੀ ਗੰਦੀ ਸਮੈਲ, ਇੱਕ ਬਹੁਤ ਹੀ ਗੰਦੀ ਜੋ ਹੈ ਦੁਰਗੰਧ ਕਹਿ ਸਕਦੇ ਹਾਂ, ਠੀਕ ਹੈ। ਤਾਂ ਬੀਰੋ ਜੋ ਹੈ ਅੱਗੇ ਕਹਿੰਦੀ ਹੈ ਆਈ ਐਮ ਫੈਡ ਅਪ ਆਫ ਦਿਸ ਅਨਪਲੇਜ਼ੈਂਟ ਓਡਰ, ਵੀ ਮੈਂ ਜੋ ਹੈ ਇਸ ਬਹੁਤ ਗੰਦੀ ਸਮੈਲ ਤੋਂ, ਦੁਰਗੰਧ ਤੋਂ ਜੋ ਹੈ ਤੰਗ ਆ ਚੁੱਕੀ ਹਾਂ। ਇਹ ਬੀਰੋ ਕਹਿ ਰਹੀ ਹੈ ਡੱਡੂ ਪਾਲਾ ਨੂੰ ਵੀ ਮੈਂ ਜੋ ਹੈ ਇਸ ਗੰਦੀ ਸਮੈਲ ਤੋਂ ਤੰਗ ਆ ਚੁੱਕੀ ਹਾਂ। ਹਾਂਜੀ ਅੱਗੇ ਹੈ they are not even afraid of the danger they are going to face, ਵੀ ਇਹਨਾਂ ਲੋਕਾਂ ਨੂੰ ਆਉਣ ਵਾਲੇ ਖਤਰੇ ਬਾਰੇ ਵੀ ਜੋ ਹੈ ਕੁਝ ਵੀ ਜੋ ਹੈ ਡਰ ਨਹੀਂ ਲੱਗ ਰਿਹਾ। they are not even afraid, ਵੀ ਇਹ ਜੋ ਹੈ ਡਰ ਵੀ ਨਹੀਂ ਰਹੇ ਹੈ ਪਿੰਡ ਦੇ ਜੋ ਲੋਕ ਨੇ of the danger, ਵੀ ਜਿਹੜਾ ਖਤਰਾ they are going to face ਇਹਨਾਂ ਵਾਸਤੇ ਅੱਗੇ ਜੋ ਹੈ ਆਉਣ ਵਾਲਾ ਹੈ। ਅੱਗੇ ਤੋਂ ਜੋ ਡੱਡੂ ਪਾਲਾ ਹੈ ਉਹ ਕਹਿੰਦਾ ਹੈ ਬੀਰੋ ਨੂੰ, ਪਾਲਾ said what kind of danger ਬੀਰੋ, ਬੀਰੋ ਤੂੰ ਕਿਹੜੇ ਜੋ ਹੈ ਖਤਰੇ ਦੀ ਯਾਨੀ ਕਿ ਡੇਂਜਰ ਦੀ ਗੱਲ ਕਰ ਰਹੀ ਹੈ। ਤਾਂ ਜੋ ਡੱਡੂ ਪਾਲਾ ਹੈ ਉਹ ਬੀਰੋ ਤੋਂ ਪੁੱਛਦਾ ਹੈ ਵੀ ਬੀਰੋ ਤੂੰ ਜੋ ਹੈ ਕਿਹੜੇ ਖਤਰੇ ਦੀ ਜਾਂ ਡੇਂਜਰ ਦੀ ਗੱਲ ਕਰ ਰਹੀ ਹੈ ਜਾਂ ਕਹਿਣਾ ਚਾਹੁੰਦੀ ਹੈ। ਬੀਰੋ ਸੈਡ ਡਿਸੀਜ਼ਿਜ਼, ਤਾਂ ਬੀਰੋ ਦੱਸਦੀ ਹੈ ਡਿਸੀਜ਼ਿਜ਼, ਡਿਸੀਜ਼ਿਜ਼ ਦਾ ਮੀਨਿੰਗ ਕੀ ਹੁੰਦਾ ਹੈ ਬਿਮਾਰੀਆਂ, ਖਤਰਨਾਕ ਬਿਮਾਰੀਆਂ। ਹਾਊ ਕੈਨ ਵੀ ਫੋਰਗੇਟ the 2 children of our village who died of diarrhea and infection, ਤਾਂ ਬੀਰੋ ਅੱਗੇ ਤੋਂ ਜਵਾਬ ਦਿੰਦੀ ਹੈ ਪਾਲਾ ਨੂੰ, diseases ਬਿਮਾਰੀਆਂ, ਵੀ ਅਸੀਂ ਜੋ ਹੈ ਹਾਊ ਕੈਨ ਵੀ ਫੋਰਗੇਟ, ਫੋਰਗੇਟ ਹੁੰਦਾ ਹੈ ਭੁੱਲ ਜਾਣਾ, ਤਾਂ ਹਾਊ ਕੈਨ ਵੀ ਫੋਰਗੇਟ ਦਾ ਮੀਨਿੰਗ ਹੈ ਵੀ ਅਸੀਂ ਕਿਵੇਂ ਭੁੱਲ ਸਕਦੇ ਹਾਂ। the 2 children ਵੀ of our village, ਵੀ ਪਿੰਡ ਦੇ 2 ਜਵਾਕਾਂ ਨੂੰ, ਠੀਕ ਹੈ 2 ਨਿਆਣਿਆਂ ਨੂੰ ਪਿੰਡ ਦੇ, who died of diarrhea, ਜੋ ਕਿ ਡਾਇਰੀਆ ਤੇ ਇਨਫੈਕਸ਼ਨ ਦੇ ਨਾਲ ਮਰ ਗਏ ਸਨ। ਇਹ ਜੋ ਹੈ ਬੀਰੋ ਜੋ ਹੈ ਜਵਾਬ ਦੇ ਰਹੀ ਹੈ ਪਾਲਾ ਨੂੰ ਕਿ ਡਿਸੀਜ਼ਿਜ਼ ਬਿਮਾਰੀਆਂ, ਹਾਊ ਕੈਨ ਵੀ ਫੋਰਗੇਟ ਵੀ ਅਸੀਂ ਕਿੱਦਾਂ ਭੁੱਲ ਸਕਦੇ ਹਾਂ, the 2 children of our village, ਵੀ ਜਿਹੜੇ ਸਾਡੇ ਪਿੰਡ ਦੇ 2 ਜਵਾਕ 2 ਨਿਆਣੇ ਜੋ ਹੈ ਉਹ ਮਰ ਗਏ ਸੀ ਡਾਇਰੀਆ ਤੇ ਇਨਫੈਕਸ਼ਨ ਤੋਂ, ਉਹਨਾਂ ਨੂੰ ਅਸੀਂ ਕਿੱਦਾਂ ਜੋ ਹੈ ਭੁੱਲ ਸਕਦੇ ਹਾਂ। ਐਟ ਲੀਸਟ ਆਈ ਕਾਂਟ, ਘੱਟ ਤੋਂ ਘੱਟ ਮੈਂ ਤਾਂ ਬਿਲਕੁਲ ਨਹੀਂ। ਐਟ ਲੀਸਟ ਦਾ ਮੀਨਿੰਗ ਹੁੰਦਾ ਹੈ ਘੱਟ ਤੋਂ ਘੱਟ, ਤੇ ਆਈ ਕਾਂਟ ਮੀਨਸ ਵੀ ਮੈਂ ਤਾਂ ਬਿਲਕੁਲ ਵੀ ਨਹੀਂ, ਵੀ ਮੈਂ ਜੋ ਹੈ ਉਹਨਾਂ 2 ਜਵਾਕਾਂ ਨੂੰ ਜੋ ਪਿੰਡ ਦੇ ਸੀ ਤੇ ਡਾਇਰੀਆ ਤੇ ਇਨਫੈਕਸ਼ਨ ਦੇ ਨਾਲ ਮਰ ਗਏ, ਉਹਨਾਂ ਨੂੰ ਘੱਟ ਤੋਂ ਘੱਟ ਮੈਂ ਤਾਂ ਜੋ ਹੈ ਬਿਲਕੁਲ ਵੀ ਭੁੱਲ ਯਾਨੀ ਕਿ ਫੋਰਗੇਟ ਯਾਨੀ ਕਿ ਭੁੱਲ ਜੋ ਹੈ ਨਹੀਂ ਸਕਦੀ, ਠੀਕ ਹੈ। ਇਹ ਬੀਰੋ ਕਹਿ ਰਹੀ ਹੈ ਡੱਡੂ ਪਾਲਾ ਨੂੰ। ਆਈ ਐਮ ਸਰਪ੍ਰਾਈਜ਼ਡ ਹਾਊ ਕੈਨ ਮੈਨ ਬੀ ਸੋ ਇਗਨੋਰੈਂਟ ਅਬਾਊਟ ਗੁੱਡ ਹਾਈਜੀਨ ਪ੍ਰੈਕਟਿਸਿਸ, ਮੈਨੂੰ ਹੈਰਾਨੀ ਹੁੰਦੀ ਹੈ, ਸਰਪ੍ਰਾਈਜ਼ ਯਾਨੀ ਕਿ ਹੈਰਾਨੀ ਹੋਣਾ। ਹਾਊ ਕੈਨ ਮੈਨ ਬੀ ਸੋ ਇਗਨੋਰੈਂਟ ਅਬਾਊਟ ਗੁੱਡ ਹਾਈਜੀਨ ਪ੍ਰੈਕਟਿਸਿਸ, ਵੀ ਜੋ ਇਨਸਾਨ ਹੈ ਉਹ ਕਿਵੇਂ ਜੋ ਹੈ ਇੰਨਾ ਅਣਜਾਣ ਹੋ ਸਕਦਾ ਹੈ। ਹਾਈਜੀਨ ਹੁੰਦਾ ਹੈ ਇੱਕ ਤਰ੍ਹਾਂ ਦਾ ਸਾਫ਼ ਇਨਵਾਇਰਮੈਂਟ, ਇੱਕ ਤਰ੍ਹਾਂ ਦੇ ਬਿਲਕੁਲ ਜਿਸ ਨੂੰ ਕਹਿ ਸਕਦੇ ਵੀ ਸਵੱਛਤਾ ਹੋਣਾ, ਵੀ ਬਿਲਕੁਲ ਸਾਫ਼ ਸੁਥਰਾ ਹੋਣਾ, ਠੀਕ ਹੈ। ਤੇ ਪ੍ਰੈਕਟਿਸਿਸ ਦਾ ਮੀਨਿੰਗ ਹੁੰਦਾ ਹੈ ਆਦਤਾਂ, ਠੀਕ ਹੈ, ਜੋ ਹੈਬਿਟਸ ਹੁੰਦੀ ਹੈ, ਆਦਤਾਂ ਹੁੰਦੀਆਂ ਹੈ, ਉਹਨਾਂ ਨੂੰ ਅਸੀਂ ਜੋ ਹੈ ਪ੍ਰੈਕਟਿਸਿਸ ਵਰਡ ਯੂਜ਼ ਕਰਦੇ ਹਾਂ। ਤਾਂ ਜੋ ਸਵੱਛਤਾ ਦੀ ਜੋ ਆਦਤਾਂ ਨੇ, ਠੀਕ ਹੈ, ਵੀ ਜੋ ਸਾਫ਼ ਸਫਾਈ ਰੱਖਣ ਦੀ ਜੋ ਆਦਤ ਹੈ ਉਸ ਨੂੰ ਜੋ ਹੈ ਇਨਸਾਨ ਉਸ ਤੋਂ ਜੋ ਹੈ ਇਨਸਾਨ ਕਿੱਦਾਂ ਜੋ ਹੈ ਅਣਜਾਣ ਬਣ ਸਕਦਾ ਹੈ, ਇਸ 'ਤੇ ਜੋ ਹੈ ਬੀਰੋ ਹੈਰਾਨੀ ਜਤਾਉਂਦੀ ਹੈ, ਹੈਰਾਨੀ ਜੋ ਹੈ ਉਹ ਦਰਸਾਉਂਦੀ ਹੈ। ਵੀ ਸਾਫ਼ ਸਫਾਈ ਦੀ ਆਦਤਾਂ ਤੋਂ, ਜੋ ਸਾਫ਼ ਸਫਾਈ ਦੀ ਆਦਤਾਂ ਨੇ ਉਸ ਤੋਂ ਇਨਸਾਨ ਜੋ ਹੈ ਕਿਵੇਂ ਅਣਜਾਣ ਰਹਿ ਸਕਦਾ ਹੈ ਜਾਂ ਕਿਵੇਂ ਅਣਜਾਣ ਜੋ ਹੈ ਬਣ ਸਕਦਾ ਹੈ, ਇਸ 'ਤੇ ਬੀਰੋ ਹੈਰਾਨੀ ਜਤਾ ਰਹੀ ਹੈ। ਸ਼ੀ ਕੰਟੀਨਿਊ, ਉਹ ਅੱਗੇ ਕਹਿੰਦੀ ਹੈ ਬੀਰੋ,
I have decided I will not tolerate it anymore। ਤੇ ਬੀਰੋ ਕਹਿੰਦੀ ਹੈ ਮੈਂ ਇਹ ਜੋ ਹੈ ਡਿਸਾਈਡ ਹੁੰਦਾ ਹੈ ਵੀ ਇੱਕ ਤਰ੍ਹਾਂ ਦਾ ਫੈਸਲਾ ਕਰ ਲਿਆ ਹੈ, ਠੀਕ ਹੈ। ਆਈ ਹੈਵ ਡਿਸਾਈਡਡ, ਮੈਂ ਫੈਸਲਾ ਕਰ ਲਿਆ ਹੈ। ਆਈ ਵਿਲ ਨੋਟ ਟੋਲਰੇਟ ਇਟ ਐਨੀ ਮੋਰ। ਟੋਲਰੇਟ ਦਾ ਮੀਨਿੰਗ ਹੁੰਦਾ ਹੈ ਸਹਿਨ ਕਰਨਾ, ਐਨੀ ਮੋਰ ਵੀ ਹੋਰ ਜ਼ਿਆਦਾ ਨਹੀਂ। ਤਾਂ ਬੀਰੋ ਕਹਿੰਦੀ ਹੈ ਆਈ ਹੈਵ ਡਿਸਾਈਡਡ, ਮੈਂ ਫੈਸਲਾ ਕਰ ਲਿਆ ਹੈ। ਆਈ ਵਿਲ ਨੋਟ ਟੋਲਰੇਟ ਇਟ ਐਨੀ ਮੋਰ, ਵੀ ਮੈਂ ਜੋ ਹੈ ਹੋਰ ਇਸ ਨੂੰ ਜੋ ਹੈ ਸਹਿਨ ਨਹੀਂ ਕਰ ਸਕਦੀ ਜਾਂ ਹੋਰ ਜੋ ਹੈ ਇਸ ਨੂੰ ਸਹਿਨ ਨਹੀਂ ਕਰਾਂਗੀ। ਵਟ ਵਿਲ ਯੂ ਡੂ ਆਸਕਡ ਪਾਲਾ। ਤਾਂ ਜੋ ਪਾਲਾ ਹੈ, ਡੱਡੂ ਪਾਲਾ ਹੈ, ਉਹ ਇਹ ਪੁੱਛਦਾ ਹੈ ਬੀਰੋ ਨੂੰ ਤਾਂ ਤੂੰ ਜੋ ਹੈ ਵੀ ਕੀ ਕਰੇਂਗੀ। ਅਗਰ ਤੂੰ ਇਹ ਕਹਿ ਰਹੀ ਹੈ ਵੀ ਮੈਂ ਹੋਰ ਸਹਿਨ ਨਹੀਂ ਕਰ ਸਕਦੀ ਤਾਂ ਡੱਡੂ ਪਾਲਾ ਕਹਿੰਦਾ ਹੈ ਤਾਂ ਫਿਰ ਤੂੰ ਕਰੇਂਗੀ ਕੀ। Biro announced, I will spread awareness among the people about the use of toilet and the advantages of keeping their homes and surroundings clean and healthy। ਤਾਂ ਬੀਰੋ ਜੋ ਹੈ ਉਹ ਉੱਚੀ ਦੇ ਕੇ ਕਹਿੰਦੀ ਹੈ I will spread awareness। spread ਦਾ ਮੀਨਿੰਗ ਹੁੰਦਾ ਹੈ ਫੈਲਾਣਾ, ਅਵੇਅਰਨੈਸ ਹੁੰਦਾ ਹੈ ਵੀ ਲੋਕਾਂ ਨੂੰ ਜੋ ਹੈ ਜਾਗਰੂਕ ਕਰਨਾ, ਲੋਕਾਂ ਨੂੰ ਕਿਸੇ ਚੀਜ਼ ਬਾਰੇ ਦੱਸਣਾ। among the people about the use of toilet, ਵੀ ਮੈਂ ਮਤਲਬ ਇਹ ਬੀਰੋ ਜੋ ਹੈ ਉੱਚੀ ਦੇ ਕੇ ਕਹਿੰਦੀ ਹੈ, ਅਨਾਊਂਸ ਕਰਦੀ ਹੈ ਵੀ ਮੈਂ ਜੋ ਹੈ ਜਾਗਰੂਕਤਾ ਫੈਲਾਵਾਂਗੀ ਲੋਕਾਂ ਦੇ ਵਿੱਚ ਵੀ ਉਹ ਜੋ ਹੈ ਟੋਇਲਟ ਦਾ ਯੂਜ਼ ਵੱਧ ਤੋਂ ਵੱਧ ਕਰਨ। ਐਂਡ ਦਾ ਐਡਵਾਂਟੇਜਿਸ ਆਫ ਕੀਪਿੰਗ देयर ਹੋਮਸ ਐਂਡ ਸਰਾਊਂਡਿੰਗਸ ਕਲੀਨ ਐਂਡ ਹੈਲਦੀ। ਅਤੇ ਆਪਣੇ ਐਂਡ ਦਾ ਐਡਵਾਂਟੇਜਿਸ ਆਫ ਕੀਪਿੰਗ देयर ਹੋਮਸ, ਅਤੇ ਆਪਣੇ ਘਰਾਂ ਨੂੰ ਅਤੇ ਘਰਾਂ ਦੇ ਆਸ-ਪਾਸ ਦਾ ਜਿਹੜਾ ਇਲਾਕਾ ਹੈ, ਸਰਾਊਂਡਿੰਗਸ ਦਾ ਮਤਲਬ ਹੁੰਦਾ ਹੈ ਵੀ ਘਰ ਦੇ ਆਸ-ਪਾਸ ਦਾ ਇਲਾਕਾ, ਅਤੇ ਆਪਣੇ ਘਰਾਂ ਨੂੰ ਅਤੇ ਘਰਾਂ ਦੇ ਆਸ-ਪਾਸ ਦੇ ਇਲਾਕੇ ਨੂੰ ਕਲੀਨ ਹੁੰਦਾ ਹੈ ਸਾਫ਼, ਅਤੇ ਹੈਲਦੀ ਹੁੰਦਾ ਹੈ ਵੀ ਇਨਫੈਕਸ਼ਨ ਫਰੀ। ਇੱਕ ਇੱਦਾਂ ਦਾ ਇਨਵਾਇਰਮੈਂਟ ਜਿੱਥੇ ਕੋਈ ਵੀ ਇਨਫੈਕਸ਼ਨ ਨਾ ਹੋਏ ਉਸ ਨੂੰ ਅਸੀਂ ਹੈਲਦੀ ਕਹਿ ਸਕਦੇ ਹਾਂ। ਹੈਲਦੀ ਦਾ ਮੀਨਿੰਗ ਹੁੰਦਾ ਹੈ ਵੈਸੇ ਸਿਹਤਮੰਦ, ਅਤੇ ਸਿਹਤਮੰਦ ਅਸੀਂ ਕਿਸ ਨੂੰ ਕਹਿੰਦੇ ਹਾਂ ਜਿਸ ਨੂੰ ਕੋਈ ਵੀ ਜੋ ਹੈ ਬਿਮਾਰੀ ਨਾ ਹੋਏ। ਇਟ ਮੀਨਸ ਕਿ ਉਸ ਬੋਡੀ ਇੱਦਾਂ ਕਹਿ ਸਕਦੇ ਹਾਂ ਵੀ ਉਸ ਬੋਡੀ ਦੇ ਵਿੱਚ ਕੋਈ ਵੀ ਇਨਫੈਕਸ਼ਨ ਨਾ ਹੋਏ ਤਾਂ ਅਸੀਂ ਉਸ ਪਰਸਨ ਨੂੰ ਹੈਲਦੀ ਕਹਿੰਦੇ ਹਾਂ। ਤਾਂ ਇਨਫੈਕਸ਼ਨ ਫਰੀ ਇਨਵਾਇਰਮੈਂਟ ਨੂੰ ਵੀ ਹੈਲਦੀ ਕਿਹਾ ਜਾ ਸਕਦਾ ਹੈ। ਹਾਂਜੀ। ਐਂਡ ਦਾ ਐਡਵਾਂਟੇਜਿਸ ਦਾ ਮੀਨਿੰਗ ਹੁੰਦਾ ਹੈ ਵੀ ਇੱਕ ਤਰ੍ਹਾਂ ਦਾ ਫਾਇਦੇ, ਠੀਕ ਹੈ। ਤਾਂ ਬੀਰੋ ਕਹਿੰਦੀ ਹੈ ਮੈਂ ਜੋ ਹੈ ਦੱਸਾਂਗੀ ਲੋਕਾਂ ਨੂੰ ਆਪਣੇ ਘਰਾਂ ਨੂੰ ਅਤੇ ਘਰਾਂ ਦੇ ਆਸ-ਪਾਸ ਦੇ ਇਲਾਕੇ ਨੂੰ ਸਾਫ਼ ਅਤੇ ਇਨਫੈਕਸ਼ਨ ਫਰੀ ਯਾਨੀ ਕਿ ਹੈਲਦੀ ਰੱਖਣ ਦੇ ਫਾਇਦਿਆਂ ਬਾਰੇ। ਇਸ ਤੋਂ ਬਾਅਦ ਹੁਣ ਬੀਰੋ ਜੋ ਹੈ ਉਹ ਡੱਡੂ ਪਾਲਾ ਨੂੰ ਕਹਿੰਦੀ ਹੈ ਵਿਲ ਯੂ ਹੈਲਪ ਮੀ, ਵੀ ਕੀ ਜੋ ਹੈ ਤੂੰ ਮੇਰੀ ਹੈਲਪ ਯਾਨੀ ਕਿ ਇਸ ਕੰਮ ਦੇ ਵਿੱਚ ਮੇਰੀ ਮਦਦ ਕਰੇਂਗਾ। ਅਫਕੋਰਸ, ਹਾਂ, ਬਿਨਾਂ ਕਿਸੇ ਸ਼ੱਕ ਤੋਂ ਜੋ ਡੱਡੂ ਪਾਲਾ ਹੈ ਉਹ ਅੱਗੇ ਤੋਂ ਬੀਰੋ ਨੂੰ ਜਵਾਬ ਦਿੰਦਾ ਹੈ ਅਫਕੋਰਸ, ਹਾਂ, ਬਿਨਾਂ ਕਿਸੇ ਸ਼ੱਕ ਤੋਂ। ਏ ਗੁੱਡ ਡੀਡ ਨੀਡਸ ਨੋ ਸੈਕਿੰਡ ਥੋਟ ਨੋ ਪਰਮਿਸ਼ਨ ਰਿਮਾਰਕਡ ਪਾਲਾ। ਵੀ ਜੋ ਡੱਡੂ ਪਾਲਾ ਹੈ ਉਹ ਇਹ ਕਹਿੰਦਾ ਹੈ ਇਹ ਗੁੱਡ ਡੀਡ, ਗੁੱਡ ਹੁੰਦਾ ਹੈ ਚੰਗਾ, ਡੀਡ ਹੁੰਦਾ ਹੈ ਕੰਮ, ਕੋਈ ਵੀ ਕੰਮ ਕਰਨਾ, ਠੀਕ ਹੈ। ਨੀਡਸ ਹੁੰਦਾ ਹੈ ਜ਼ਰੂਰਤ, ਅਤੇ ਨੋ ਸੈਕਿੰਡ ਥੋਟ ਨੋ ਪਰਮਿਸ਼ਨ। ਤਾਂ ਡੱਡੂ ਪਾਲਾ ਬੀਰੋ ਨੂੰ ਕਹਿੰਦਾ ਹੈ ਵੀ ਇੱਕ ਚੰਗੇ ਕੰਮ ਨੂੰ ਅਗਰ ਅਸੀਂ ਕਰਨਾ ਹੈ ਤਾਂ ਸਾਨੂੰ ਨਾ ਤਾਂ ਜੋ ਹੈ ਦੁਬਾਰਾ ਸੋਚਣਾ ਚਾਹੀਦਾ ਹੈ ਵੀ ਅਸੀਂ ਉਸ ਕੰਮ ਨੂੰ ਕਰੀਏ ਜਾਂ ਨਾ ਕਰੀਏ। ਸਾਨੂੰ ਜੋ ਹੈ ਕੁਝ ਵੀ ਜੋ ਹੈ ਇੱਕ ਚੰਗੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਦਾਂ ਦਾ ਕੁਝ ਵੀ ਜੋ ਹੈ ਦੁਬਾਰਾ ਨਹੀਂ ਸੋਚਣਾ ਚਾਹੀਦਾ, ਅਤੇ ਨਾ ਹੀ ਜੋ ਹੈ ਕਿਸੇ ਤੋਂ ਇਜਾਜ਼ਤ ਲੈਣੀ ਹੁੰਦੀ ਹੈ ਕਿਸੇ ਚੰਗੇ ਕੰਮ ਨੂੰ ਕਰਨ ਤੋਂ ਪਹਿਲਾਂ। ਵੀ ਅਗਰ ਅਸੀਂ ਕੋਈ ਚੰਗਾ ਕੰਮ ਕਰਨ ਜਾ ਰਹੇ ਹਾਂ ਨਾ ਤਾਂ ਅਸੀਂ ਉਸ ਇਹ ਸੋਚੀਏ ਬਾਰ-ਬਾਰ ਜੋ ਹੈ ਦੁਬਾਰਾ ਜੋ ਹੈ ਉਸ ਕੰਮ ਬਾਰੇ ਸੋਚੀਏ, ਅਤੇ ਨਾ ਹੀ ਜੋ ਹੈ ਅਸੀਂ ਕਿਸੇ ਦੀ ਇਜਾਜ਼ਤ ਵਾਸਤੇ ਜੋ ਹੈ ਅਸੀਂ ਇੰਤਜ਼ਾਰ ਕਰੀਏ ਜਾਂ ਵੇਟ ਕਰੀਏ ਵੀ ਕੋਈ ਸਾਨੂੰ ਆ ਕੇ ਪਰਮਿਸ਼ਨ ਦੇਗਾ ਉਸ ਚੰਗੇ ਕੰਮ ਨੂੰ ਕਰਨ ਦੀ। ਤਾਂ ਸਾਨੂੰ ਜੋ ਹੈ ਇੱਦਾਂ ਦਾ ਕੁਛ ਵੀ ਜੋ ਹੈ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਚੰਗੇ ਕੰਮ ਨੂੰ ਅਸੀਂ ਜੋ ਹੈ ਉਸੇ ਟਾਈਮ ਜੋ ਹੈ ਸਟਾਰਟ ਕਰਨਾ ਹੁੰਦਾ ਹੈ। ਅਫਕੋਰਸ, ਹਾਂ, ਬਿਨਾਂ ਕਿਸੇ ਸ਼ੱਕ ਤੋਂ ਇਹ ਗੁੱਡ ਡੀਡ ਵੀ ਇੱਕ ਚੰਗਾ ਕੰਮ ਜੋ ਹੈ ਕਰਨ ਵਾਸਤੇ ਸਾਨੂੰ ਕਿਸੇ ਵੀ ਜੋ ਹੈ ਤਰ੍ਹਾਂ ਦਾ ਜੋ ਹੈ ਦੁਬਾਰਾ ਤੋਂ ਸੋਚਣ ਦੀ ਲੋੜ ਨਹੀਂ ਹੈ। ਨੋ ਪਰਮਿਸ਼ਨ, ਅਤੇ ਨਾ ਹੀ ਸਾਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਜੋ ਹੈ ਜ਼ਰੂਰਤ ਹੈ।
ਰਿਮਾਰਕਡ ਪਾਲਾ, ਪਾਲਾ ਨੇ ਜੋ ਹੈ ਬੀਰੋ ਨੂੰ ਕਿਹਾ। ਬੋਥ ਆਫ them were very happy, ਹੁਣ ਉਹ ਦੋਵੇਂ ਹੀ, ਜੋ ਇਹ ਵਰਡ ਹੈ BOTH ਬੋਥ, ਇਸ ਦਾ ਮੀਨਿੰਗ ਹੁੰਦਾ ਹੈ ਦੋਵੇਂ, ਯਾਨੀ ਕਿ ਦੋਵੇਂ, ਜੋ ਡੱਡੂ ਪਾਲਾ ਹੈ ਤੇ ਡੱਡੂ ਬੀਰੋ ਹੈ। Both of them were very happy as they had found the solution to a deadly problem, ਹੁਣ ਦੋਵੇਂ ਹੀ ਜੋ ਡੱਡੂ ਪਾਲਾ ਤੇ ਡੱਡੂ ਬੀਰੋ ਨੇ ਉਹ ਬਹੁਤ ਹੀ ਖੁਸ਼ ਨੇ, ਕਿਉਂਕਿ ਉਹਨਾਂ ਨੇ ਜੋ ਹੈ ਫਾਊਂਡ ਹੁੰਦਾ ਹੈ ਲੱਭ ਲੈਣਾ, ਯਾਨੀ ਕਿ ਕਿਸੇ ਚੀਜ਼ ਦਾ ਮਿਲ ਜਾਣਾ, ਕਿਸੇ ਚੀਜ਼ ਨੂੰ ਖੋਜ ਲੈਣਾ, ਲੱਭ ਲੈਣਾ, ਠੀਕ ਹੈ। ਸੋਲੂਸ਼ਨ ਹੁੰਦਾ ਹੈ ਹੱਲ, ਤੇ ਡੈਡਲੀ ਪ੍ਰੋਬਲਮ ਦਾ ਮੀਨਿੰਗ ਹੈ ਇੱਥੇ ਵੀ ਇੱਕ ਜਾਨਲੇਵਾ ਸਮੱਸਿਆ। ਹੁਣ ਦੋਵੇਂ ਹੀ ਜੋ ਹੈ ਉਹ ਕਾਫੀ ਖੁਸ਼ ਨੇ ਕਿਉਂਕਿ ਉਹਨਾਂ ਨੇ ਜੋ ਹੈ ਹੱਲ ਲੱਭ ਲਿਆ ਹੈ ਇੱਕ ਜਾਨਲੇਵਾ ਸਮੱਸਿਆ ਦਾ।